Bluetooth mode. ਤੇ ਪਿੰਡ ਵਾਸੀਆਂ ਦਾ ਤੇ ਇਲਾਕੇ ਵਾਸੀਆਂ ਨੇ ਇੱਜ਼ਤ ਬਖਸ਼ੀ ਧੰਨਵਾਦੀ ਹਾਂ। ਪੁੱਛਣ ਵਾਲੇ ਪੁੱਛਦੇ ਹੈ ਅਹੁਦਾ ਤਿਆਗਤਾ, ਬਿਲਕੁਲ ਤਿਆਗਤਾ। ਮੇਰਾ ਫਾਦਰ, ਮੇਰਾ ਬਾਪ ਕਿਸਾਨ ਸੀ, ਉਹਨਾਂ ਨੇ ਮੈਨੂੰ ਪੜ੍ਹਾਇਆ ਲਿਖਾਇਆ, ਚੰਗੀ ਸਿੱਖਿਆ ਦਿੱਤੀ, ਅਫਸਰ ਬਣਿਆ। ਪਹਿਲਾਂ ਫੌਜ 'ਚ ਵੀ ਮੈਂ ਨੌਕਰੀ ਕੀਤੀ ਕਈ ਚਿਰ, ਅਫਸਰ ਉੱਥੇ ਵੀ ਸੀ। ਫਿਰ ਆ ਦੂਜਾ ਅਹੁਦਾ ਮਿਲਿਆ ਜਿਹੜਾ ਹੁਣ ਪਹੁੰਚਿਆ ਜਿੱਥੇ ਤਰੱਕੀਆਂ ਕਰ ਕਰਕੇ। ਇਹ ਅਹੁਦੇ ਵਕਤੀ ਹੁੰਦੇ ਹੈ। ਕਿਸਾਨ ਦਾ ਪੁੱਤ ਜੰਮਿਆ, ਕਿਸਾਨ ਜਾਊਂਗਾ। ਮੇਰਾ ਦਿਲ ਕਰਦਾ ਜੋ ਸਾਨੂੰ ਸਾਡੇ ਪਿਤਾ ਨੇ ਦਿੱਤਾ ਅਸੀਂ ਆਪਦੇ ਬੱਚਿਆਂ ਨੂੰ ਦੇਈਏ, ਉਹੀ ਤੁਹਾਡਾ ਦਿਲ ਕਰਦਾ ਹੈ। ਪਰੰਤੂ ਮੌਕੇ ਦੀ ਗੰਦੀ ਸਰਕਾਰ, ਮੌਕੇ ਦੇ ਹੁਕਮਰਾਨਾਂ ਨੇ ਸਾਨੂੰ ਮਜਬੂਰ ਕਰਤਾ ਵੀ ਅਸੀਂ ਠੰਡੀਆਂ ਰਾਤਾਂ ਵਿੱਚ ਸੜਕਾਂ 'ਤੇ ਬੈਠ ਗਏ। ਇੱਕ ਤੁਹਾਨੂੰ ਮੈਂ ਦੱਸਾਂ, ਜਦੋਂ ਸਰਕਾਰਾਂ ਨੇ ਅਤਿਆਚਾਰ ਕੀਤਾ, ਲੋਕ ਖੜੇ ਹੋਏ, ਸਾਡੇ ਮਹਾਂਪੁਰਸ਼ ਖੜੇ ਹੋਏ, ਉਹਨਾਂ ਨੇ ਲੋਕਾਂ ਨੂੰ ਸੇਧ ਦਿੱਤੀ। ਤੇ ਇੱਕ ਗਵਾਲੀਅਰ ਦੇ ਕਿਲੇ ਦੀ ਗੱਲ ਦੱਸਾਂ, ਉੱਥੇ ਮਹਾਰਾਜ ਹਰਗੋਬਿੰਦ ਪਾਤਸ਼ਾਹ ਨੂੰ ਕੈਦ ਕੀਤਾ ਗਿਆ ਔਰ ਜਹਾਂਗੀਰ ਬਾਦਸ਼ਾਹ ਜੋ ਉਸ ਵਕਤ ਬਹੁਤ ਹੀ ਤਾਕਤਵਰ ਬਾਦਸ਼ਾਹ ਸੀ, ਉਹ ਰਾਜ ਸੀ ਜਦੋਂ ਮੁਗਲਾਂ ਦਾ ਰਾਜ ਸਿਖਰ 'ਤੇ ਸੀ। ਉਸ ਬਾਦਸ਼ਾਹ ਨੇ ਅਤਿਆਚਾਰ ਕੀਤੇ ਅਤੇ 52 ਰਾਜਿਆਂ ਨੂੰ ਫੜ ਕੇ ਬੰਦੀ ਬਣਾ ਲਿਆ। ਉਸ ਰਾਤ ਨੂੰ ਜਦੋਂ ਉਹਨੇ ਇੱਕ ਰਾਤ ਪਹਿਲਾਂ ਗੁਰੂ ਸਾਹਿਬ ਨੂੰ ਕਿਹਾ ਕਿ ਮੈਂ ਤੈਨੂੰ ਛੱਡ ਸਕਦਾ, ਤਾਂ ਉਹ ਕਹਿੰਦੇ ਨਹੀਂ, ਤੈਨੂੰ ਸਾਰੇ 52 ਰਾਜਿਆਂ ਨੂੰ ਛੱਡਣਾ ਪਊਗਾ। ਤਾਂ ਉਹਨੇ ਪਹਿਲਾਂ ਕਿਹਾ ਨਹੀਂ, ਮੈਂ ਨਹੀਂ ਛੱਡਦਾ, ਜਿਵੇਂ ਅੱਜ ਮੋਦੀ ਕਹਿ ਰਿਹਾ ਮੈਂ ਨਹੀਂ ਮੰਨਦਾ। ਤਾਂ ਉਸ ਵਕਤ, ਉਸ ਰਾਤ ਨੂੰ, ਉਸ ਜਹਾਂਗੀਰ ਬਾਦਸ਼ਾਹ ਦੀ ਹਿੱਕ ਤੇ ਨੂਰਾਨੀ ਕੋਈ ਰੂਹਾਂ, ਸਾਡੇ ਸਿੰਘ ਉਹਦੀ ਛਾਤੀ ਤੇ ਨੱਚੇ। ਅਗਲੇ ਦਿਨ ਉਸਨੇ ਹੱਥ ਬੰਨ੍ਹ ਕੇ ਗੁਰੂ ਸਾਹਿਬ ਨੂੰ ਉੱਥੋਂ ਰਿਹਾ ਕੀਤਾ, ਨਾਲ 52 ਰਾਜਾ ਵੀ ਰਿਹਾ ਕੀਤੇ। ਮੈਂ ਤੁਹਾਨੂੰ ਤਾਂ ਦੱਸ ਰਿਹਾ, ਸਭ ਨੂੰ ਪਤਾ ਹੈ ਸਾਰੀ ਗੱਲ ਦਾ, ਮੈਂ ਤਾਂ ਦੱਸ ਰਿਹਾ ਕਿ ਮੌਕੇ ਦੀ ਸਰਕਾਰ ਇਹ ਨਾ ਸਮਝੇ ਕਿ ਅਸੀਂ ਨਸ਼ੇ ਦੀ ਹਕੂਮਤ, ਨਸ਼ੇ ਦੇ ਤਾਕਤ ਦੇ ਨਸ਼ੇ ਵਿੱਚ ਕੁਝ ਵੀ ਕਰ ਸਕਦੇ ਹਾਂ। ਅਸੀਂ ਯਾਦ ਕਰਾਉਣਾ ਚਾਹੁੰਦੇ ਇਹਨਾਂ ਨੂੰ ਕਿ ਜਦੋਂ ਸਮਾਜ ਦੇ ਵਿੱਚ ਲੋਕ ਉੱਠੇ ਹੈ, ਜਨ ਸ਼ਕਤੀ ਉੱਠੀ ਹੈ, ਵੱਡੀਆਂ ਵੱਡੀਆਂ ਸਰਕਾਰਾਂ ਨੇ ਗੋਡੇ ਟੇਕੇ ਹੈ। ਹੁਣ ਜੇ ਆਪਾਂ ਕਹੀਏ ਵੀ ਕਿਸਾਨ ਕਾਲੇ ਕਾਨੂੰਨਾਂ ਬਾਰੇ ਕਿਵੇਂ ਪੀੜਤ ਹੋ ਰਹੇ ਹੈ, ਦੇਖੋ ਇਹ 3 ਕਾਨੂੰਨ ਹੈ, ਤੁਸੀਂ ਸਭ ਨੇ ਪੜ੍ਹ ਲਿਆ ਵਿਸਥਾਰ ਨਾਲ ਇਸ ਬਾਰੇ, ਪਰੰਤੂ ਮੈਂ ਦੋ ਮਿੰਟ ਲੈ ਕੇ ਕਰਦਾ। ਇੱਕ ਹੈ ਮਾਰਕੀਟਿੰਗ, ਮੰਡੀਕਰਨ ਕਰੋ। ਮੰਡੀਕਰਨ ਅੱਗੇ ਜੀ ਪ੍ਰਾਈਵੇਟ ਹੋ ਜਾਊਗਾ, ਜਿੱਥੇ ਮਰਜ਼ੀ ਜਾ ਕੇ ਖਰੀਦ ਲਓ। ਇੱਕ ਜੱਟ ਹੋਣ ਦੇ ਨਾਤੇ, ਕਿਸਾਨ ਹੋਣ ਦੇ ਨਾਤੇ ਮੈਂ ਆਪਦੀ ਫਸਲ ਵੇਚਦਾ ਰਿਹਾ, ਮੈਂ ਕਿਤੇ ਆਪਦੀ ਜ਼ਮੀਨ ਠੇਕੇ ਤੇ ਨਹੀਂ ਦਿੱਤੀ, ਭਾਵੇਂ ਮੈਂ ਫੌਜ ਸੀ ਤੇ ਭਾਵੇਂ ਮੈਂ ਇੱਧਰ ਨੌਕਰੀ ਕੀਤੀ। ਮੇਰੇ ਮਾਤਾ ਜੀ ਫਾਦਰ ਸਾਹਿਬ ਚਲੇ ਗਏ, ਮਾਤਾ ਜੀ ਨੇ ਲਗਾਤਾਰ ਮੇਰੇ ਨਾਲ ਗੱਲਬਾਤ ਕਰਕੇ ਖੇਤੀ ਕਰਾਈ ਹੈ। ਆਪ ਅੱਜ ਵੀ ਅਸੀਂ ਆਪਦੀ ਖੇਤੀ ਆਪ ਕਰਦੇ ਹਾਂ। ਤਾਂ ਤੁਸੀਂ ਸਮਝੋ ਇਸ ਟੋਟਲ 30 ਸਾਲ ਦੇ ਵਿੱਚ ਕਿਤੇ ਵੀ ਹਬੋਰ ਤੋਂ ਅੱਗੇ, ਹਬੋਰ ਦੀ ਮੰਡੀ ਤੋਂ ਅੱਗੇ ਅਸੀਂ ਤਾਂ ਕਦੇ ਫਸਲ ਨਹੀਂ ਵੇਚੀ। ਜੇ ਤੁਹਾਡੇ 'ਚੋਂ ਕੋਈ ਇੱਥੋਂ ਕਣਕ ਦਾ ਟਰੱਕ ਭਰ ਕੇ ਦਿੱਲੀ ਲੈ ਕੇ ਗਿਆ, ਮੈਨੂੰ ਨਹੀਂ ਲੱਗਦਾ। ਆਪਾਂ ਤਾਂ ਬੂਹੇ ਤੇ ਜਿਹੜੀ ਮੰਡੀ ਹੁੰਦੀ ਹੈ ਉਸੇ ਮੰਡੀ ਵਿੱਚ ਆਪਦੀ ਫਸਲ ਵੇਚਦੇ ਹਾਂ। ਅਸੀਂ ਇਹ ਕਹਿੰਦੇ ਹਾਂ ਵੀ ਸਾਨੂੰ ਉਸ ਮੰਡੀ ਵਿੱਚ ਟੋਟਲ ਸੁਵਿਧਾ, ਟੋਟਲ ਸਹੂਲਤ ਮਿਲੇ। ਔਰ MSP ਜਿਹੜੀ ਸਰਕਾਰ ਫਿਕਸ ਕਰਦੀ ਹੈ, ਉਹਦਾ ਇੱਕ ਫਾਰਮੂਲਾ ਹੈ, ਉਸ ਦੇ ਮੁਤਾਬਕ ਫਿਕਸ ਕਰਦੀ ਹੈ। MSP ਦਾ ਮਤਲਬ ਹੈ ਘੱਟੋ ਘੱਟ ਸਮਰਥਨ ਮੁੱਲ। ਘੱਟੋ ਘੱਟ, ਅਸੀਂ ਪਹਿਲਾਂ ਹੀ ਘੱਟੋ ਘੱਟ ਤੇ ਖੜੇ ਹਾਂ। ਸਮਰਥਨ ਇਸ ਕਰਕੇ, ਸਮਰਥਨ ਦਾ ਮਤਲਬ ਹੁੰਦਾ ਹੈ ਜਿਵੇਂ ਇਹ ਕਿਸਾਨ ਹੈ ਤੇ ਕੋਈ ਸਰਕਾਰ ਹੈ, ਇਹ ਖੇਤੀ ਨਾ ਛੱਡ ਜੇ, ਇਸ ਲਈ ਇਸ ਨੂੰ ਸਮਰਥਨ ਕਰਨਾ ਹੈ। ਤੇ ਕੀਮਤ, ਪ੍ਰਾਈਸ ਦਾ ਮਤਲਬ ਹੈ ਕੀਮਤ। ਜਦੋਂ ਅਸੀਂ ਪਹਿਲਾਂ ਹੀ ਘੱਟੋ ਘੱਟ ਸਮਰਥਨ ਮੁੱਲ ਤੇ ਖੜੇ ਹਾਂ ਤਾਂ ਸਾਨੂੰ ਹੋਰ ਕਿੱਥੇ ਥੱਲੇ ਲੈ ਕੇ ਜਾਣਾ ਹੈ। ਇਹ ਜਿਹੜਾ ਕਾਨੂੰਨ ਲਾਗੂ ਇਹਨਾਂ ਨੇ ਹੁਣ ਕੀਤਾ ਹੈ, ਤੇ ਕੁਝ ਲੋਕ ਇਹ ਕਹਿੰਦੇ ਵੀ ਇਹ ਬੜਾ ਕਿਸਾਨਾਂ ਵਾਸਤੇ ਸਹੀ ਹੈ। ਬਿਹਾਰ ਦੇ ਵਿੱਚ ਇਹ ਕਾਨੂੰਨ 2006, 7, 8 ਵਿੱਚ ਲਾਗੂ ਕੀਤਾ। ਉੱਥੇ ਕਿਸਾਨ ਖਤਮ ਹੋਇਆ, ਉੱਥੇ ਮਜ਼ਦੂਰ ਖਤਮ ਹੋਇਆ, ਉੱਥੇ ਆੜ੍ਹਤੀਏ ਖਤਮ ਹੋਏ। ਵੱਡੀ ਮੱਛੀ ਛੋਟੇ ਆੜ੍ਹਤੀਆਂ ਤੱਕ ਨੂੰ ਖਾ ਗਈ। ਅੱਜ ਉੱਥੇ ਫਸਲਾਂ ਦੀ ਜਿੰਸ ਦੀ ਜਿਹੜੀ ਵਿਕਰੀ ਹੈ ਨਹੀਂ ਹੋ ਰਹੀ, ਜਾਂ 1000 ਰੁਪਈਆ 1100 ਰੁਪਈਆ ਝੋਨੇ ਦੀ ਕੀਮਤ ਹੈ। ਤੇ ਇਸ ਦਾ ਇੱਕ ਸੱਚਾ ਸਬੂਤ ਇਹ ਹੈ
ਕਿ ਉੱਥੋਂ ਟਰੱਕਾਂ ਦੇ ਟਰੱਕ ਭਰ ਕੇ ਇਹਦੇ ਨਾਲ ਦੇ ਵੱਡੇ ਘੋੜੇ ਭਰ ਕੇ ਕਿਸਾਨ ਨਹੀਂ ਲੈ ਕੇ ਆਇਆ। ਜੇ ਕਿਸਾਨ ਲਿਆਉਂਦਾ ਸ਼ਾਇਦ ਅਸੀਂ ਕਹਿੰਦੇ ਹਾਂ ਇਹਦਾ ਫਾਇਦਾ ਹੋ ਗਿਆ, ਕਮ ਸੇ ਕਮ ਬਿਹਾਰ ਵਾਲੇ ਸਾਡੇ ਭਰਾਵਾਂ ਨੂੰ ਫਾਇਦਾ ਹੋ ਗਿਆ। ਉਹ ਲੈ ਕੇ ਆਏ ਵੱਡੇ ਵਪਾਰੀ, ਕਿਉਂਕਿ ਵੱਡਾ ਟਰੱਕ ਭਰ ਕੇ ਲਿਆਉਣਾ ਨਾ ਤਾਂ ਕਿਸਾਨ ਕੋਲ ਉਹਦੀ ਸਮਰੱਥ ਹੈ, ਨਾ ਉਨੀ ਫਸਲ ਹੈ ਵੀ ਵੱਡਾ ਟਰੱਕ ਲਿਆ ਕੇ। ਉਹ ਤਾਂ ਕਈ ਸਾਰੇ ਕਿਸਾਨਾਂ ਦੀ ਜਿੰਸ ਖਰੀਦ ਕੇ ਉੱਥੋਂ ਵੱਡਾ ਵਪਾਰੀ ਲੈ ਕੇ ਆਇਆ। ਇਸ ਲਈ ਸਾਨੂੰ ਚਾਹੀਦਾ ਸਾਡੇ ਬੂਹੇ ਤੇ ਫੁੱਲ ਕੀਮਤ ਮਿਲੇ, ਵਾਜਿਬ ਕੀਮਤ ਮਿਲੇ ਤੇ ਅਸੀਂ ਉੱਥੇ ਹੀ ਵੇਚੀਏ ਤੇ ਆਪਦੇ ਜਿਹੜੇ ਖਰਚੇ ਰੋਜ਼ ਦੇ ਹੁੰਦੇ, ਜਿਹੜਾ ਸਾਡਾ ਖਰਚਾ ਪਹਿਲਾਂ ਹੁੰਦਾ ਹੈ, ਫਸਲ ਬਾਅਦ ਚ ਵਿਕਦੀ ਹੈ। ਸਾਡੀ ਰੋਜ਼ਮर्रा ਦੀ ਜ਼ਿੰਦਗੀ ਇਹੀ ਹੈ, ਕਿਸੇ ਨੇ ਕੁੜੀ ਦਾ ਵਿਆਹ ਕਰਨਾ ਹੈ, ਮੁੰਡੇ ਦੀ ਫੀਸ ਭਰਨੀ ਹੈ, ਕਿਸੇ ਦੇ ਪੋਤਾ ਹੋਇਆ ਉਹਦੀ ਲੋਹੜੀ ਮਨਾਉਣੀ ਹੈ, ਸਾਡੇ ਖਰਚ ਪਹਿਲਾਂ ਹੀ ਖੜੇ ਹੁੰਦੇ ਹੈ। ਇਸ ਲਈ ਸਾਨੂੰ ਚਾਹੀਦੀ ਹੈ ਸਹੀ ਕੀਮਤ ਬੂਹੇ ਤੇ। ਨੰਬਰ 2, ਇਹਨੇ ਕਿਹਾ ਤੁਸੀਂ ਸਟੋਰ ਕਰ ਸਕਦੇ ਹੋ, ਜਿੰਨਾ ਮਰਜ਼ੀ ਸਟੋਰ ਕਰੋ। ਕੋਈ ਕਿਸਾਨ ਨੇ 10, 20, 50 ਮਣ ਤੋਂ ਵੱਧ ਉਹ ਗਿਣਦਾ ਹੈ, ਮੈਨੂੰ ਖਾਣ ਜੋਗੀ ਕਣਕ ਚਾਹੀਦੀ 25 ਮਣ, ਮੇਰੇ ਜਿਹੜੀ ਲੇਬਰ ਕੰਮ ਕਰਦੀ ਉਹਦੇ ਲਈ 25 ਮਣ, ਮੇਰੇ ਕੋਲ 4 ਮੱਝਾਂ ਉਹਦੇ ਲਈ 25 ਮਣ ਸਾਰੇ ਸਾਲ ਦੀਆਂ, ਅਗਲੇ ਸਾਲ ਦੀ ਵਜਾਂਦ ਲਈ 10 ਮਣ ਜਾਂ 20 ਮਣ, ਟੋਟਲ 85 ਮਣ ਜਾਂ 90 ਮਣ ਮੈਂ ਰੱਖਣੀ ਹੈ। ਉਸ ਤੋਂ ਵੱਧ ਦਾਣਾ ਵੀ ਕੋਈ ਸਟੋਰ ਨਹੀਂ ਕਰਦਾ ਯਾਰ। ਤੇ ਇਹ ਕਹਿੰਦੇ ਜੀ ਤੁਸੀਂ ਜਿੰਨਾ ਮਰਜ਼ੀ ਸਟੋਰ ਕਰੋ। ਔਰ ਜੇ ਮੈਂ ਸਟੋਰ ਕਰੂੰਗਾ, ਮੰਨ ਲਓ ਮੇਰੇ ਪਿਆਜ਼ ਹੁੰਦੇ ਹੈ, ਤੇ ਜੇ ਮੈਂ ਪਿਆਜ਼ ਸਟੋਰ ਕਰੂੰਗਾ ਮੇਰੇ ਕੋਲ ਸੁਵਿਧਾ ਨਹੀਂ ਹੈ ਵੀ ਮੈਂ ਉਸ ਨੂੰ ਰੱਖ ਸਕਾਂ। ਇਹਨਾਂ ਨੇ ਕੀ ਕਰਨਾ? ਤੀਜਾ ਕਾਨੂੰਨ, ਇਹਨਾਂ ਨੇ ਵੱਡੇ ਪੱਧਰ ਤੇ ਲਿਜਾ ਕੇ ਖੇਤੀ ਦੇ ਜਿਨਸਾਂ ਦੀ ਖਰੀਦ ਕਰਕੇ ਸਟੋਰ ਕਰ ਲੈਣਾ। ਸਟੋਰ ਕਰਨ ਤੋਂ ਬਾਅਦ ਇਹਨਾਂ ਨੇ ਐਸੈਂਸ਼ੀਅਲ ਕਮੋਡਿਟੀ ਐਕਟ, ਜਿਹੜਾ ਆਪਣੇ ਜ਼ਰੂਰੀ ਵਸਤੂਆਂ ਕਾਨੂੰਨ, ਤੀਜਾ ਕਾਨੂੰਨ ਬਣਾਇਆ, ਉਸ ਦੇ ਵਿੱਚ ਇਹਨਾਂ ਨੇ ਸਟੋਰ ਕਰ ਲੈਣਾ। ਔਰ ਜਦੋਂ ਉਸ ਦੀ ਮੰਗ ਵਧਾਉਣੀ ਹੈ, ਮੰਗ ਕਿਵੇਂ ਵਧੂਗੀ? ਉਹਨੂੰ ਸਟੋਰ ਚੋਂ ਕੱਢਣਾ ਨਹੀਂ। ਉਹ ਲੋਕ ਰੌਲਾ ਪਾਉਣਗੇ ਯਾਰ ਪਿਆਜ਼ ਕਿੱਥੇ ਹੈ, ਪਿਆਜ਼ ਕਿੱਥੇ ਹੈ, ਫਿਰ ਉਹ ਫਲੱਗ ਲਿਆ ਦੇਣਗੇ, ਕਹਿਣਗੇ ਆਹ ਚੱਕੋ। ਇਹਦੇ ਵਿੱਚ ਇੱਕ ਹੋਰ ਇਹਨਾਂ ਨੇ ਘੁੰਡੀ ਰੱਖੀ, ਕਹਿੰਦੇ ਜੀ ਜੋ ਵਪਾਰੀ ਹੈ ਵੱਡਾ, ਜਿਵੇਂ ਕਾਰਪੋਰੇਟ ਘਰਾਣਾ, ਉਹਨੇ ਫਿਕਸ ਕਰਤਾ ਮੁੱਲ 100 ਰੁਪਈਆ ਕਿਲੋ ਪਿਆਜ਼ ਦਾ। ਜੱਟ ਤੋਂ ਲਿਆ ਸੀ 10 ਰੁਪਏ, ਕਿਸਾਨ ਤੋਂ ਲਿਆ ਸੀ 10 ਰੁਪਏ, ਮਜ਼ਦੂਰ ਨੂੰ ਉਹਦੇ ਵਿੱਚ 1 ਰੁਪਈਆ ਲੇਬਰ ਦਾ ਮਿਲ ਗਿਆ ਹੁਣ। ਤੇ ਜਦੋਂ ਕਿਸਾਨ ਤੋਂ ਲਿਆ 10 ਰੁਪਏ ਲਿਆ, ਕਿਸਾਨ ਖੁਸ਼ ਵੀ ਮੇਰੀ ਤਾਂ ਫਸਲ 10 ਰੁਪਏ ਵਿਕੀ। ਉਹਨੇ ਸਟੋਰ ਕਰ ਲਈ, ਨਕਲੀ ਮੰਗ ਪੈਦਾ ਕਰ ਲਈ ਤੇ ਕੀਮਤ ਫਿੱਟ ਕਰ ਲਈ 100 ਰੁਪਈਆ ਕਿਲੋ। ਜਦੋਂ 100 ਰੁਪਈਆ ਕਿਲੋ ਕੀਮਤ ਹੋ ਗਈ, ਸਰਕਾਰ ਕਹਿੰਦੀ ਅਸੀਂ ਦਖਲਅੰਦਾਜ਼ੀ ਉਦੋਂ ਕਰਾਂਗੇ ਜਦੋਂ ਉਹਦੀ ਕੀਮਤ ਦੇ ਵਿੱਚ 50 ਪੈਸੇ ਵਾਧਾ ਹੋ ਗਿਆ, ਜਿਸ ਦਾ ਭਾਵ ਹੈ ਜੋ ਕੀਮਤ ਕਾਰਪੋਰੇਟ ਘਰਾਣੇ ਨੇ ਜਾਂ ਵੱਡੇ ਵਪਾਰੀ ਨੇ, ਚੋਟੀ ਦੇ ਵਪਾਰੀ ਨੇ 100 ਰੁਪਈਆ ਫਿੱਟ ਕੀਤੀ, ਜਦੋਂ ਤੱਕ ਉਸ ਦੀ 150 ਰੁਪਏ ਕੀਮਤ ਨਹੀਂ ਹੁੰਦੀ ਉਦੋਂ ਤੱਕ ਸਰਕਾਰ ਨਹੀਂ ਕਹਿੰਦੀ ਤੂੰ ਸਟੋਰ ਚੋਂ ਕੱਢ। ਕੌਣ ਕਹੂਗਾ? ਕੋਈ ਵੀ ਨਹੀਂ ਕਹਿੰਦਾ। ਔਰ ਉਹ ਵਪਾਰੀ ਵੀ ਮੂਰਖ ਹੋਊਗਾ ਜਿਹੜਾ 150 ਤੇ ਲੈ ਕੇ ਜਾਊਗਾ, ਉਹ ਕਹੂਗਾ ਬਾਈ 145 ਦੇ ਵਿਕਦੀ ਵਧੀਆ ਹੈ। ਜਿਵੇਂ ਆਪਣੇ ਬੂਟ ਵਿਕਦੇ ਹੁੰਦੇ ਸੀ 999 ਰੁਪਏ, 100 ਰੁਪਏ ਪੂਰਾ ਨਹੀਂ ਸੀ ਕਰਦਾ ਹੁੰਦਾ। ਤਾਂ ਇਹ ਤਿੰਨੇ ਕਾਨੂੰਨ ਹੈ, ਇਹ ਬਿਲਕੁਲ ਅਸੀਂ ਮੰਗੇ ਨਹੀਂ ਸੀ, ਸਾਡੇ ਤੇ ਥੋਪੇ ਜਾ ਰਹੇ ਹੈ। ਇਸ ਤੋਂ ਇਲਾਵਾ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਖੇਤੀਬਾੜੀ ਦੇ ਜੋ ਵੀ ਕਾਨੂੰਨ ਪਾਸ ਹੋਣੇ ਹੈ ਉਹ ਰਾਜ ਸਰਕਾਰ ਨੇ, ਭਾਵ ਕਿ ਹਰਿਆਣੇ ਲਈ ਹਰਿਆਣਾ ਸਰਕਾਰ, ਪੰਜਾਬ ਲਈ ਪੰਜਾਬ ਸਰਕਾਰ, ਤਾਮਿਲਨਾਡੂ ਲਈ ਤਾਮਿਲਨਾਡੂ ਸਰਕਾਰ ਕਰੇ। ਪਰ ਇਹਨਾਂ ਨੇ ਉਸ ਦਾ ਨਾਮ ਬਦਲ ਕੇ ਉਸ ਨੂੰ ਪ੍ਰੋਡਿਊਸ ਫਾਰਮਰ ਇਹ ਉਹ ਕਰਕੇ ਫਾਰਮ ਪ੍ਰੋਡਿਊਸ ਐਸੇ ਵੈਸੇ ਨਾਂ ਦੇ ਕੇ ਵੱਖਰੇ ਵੱਖਰੇ ਉਹਨਾਂ ਨੇ ਸੈਂਟਰ ਨੇ ਕੀਤਾ। ਇਸ ਲਈ ਨਾ ਇਹ ਸਾਨੂੰ ਮੰਗ ਹੈ। ਹੁਣ ਜਦੋਂ ਸਾਨੂੰ ਚਾਹੀਦੇ ਨਹੀਂ, ਜਦੋਂ ਸਾਨੂੰ ਮੰਗ ਨਹੀਂ ਕੀਤੀ, ਮੇਨ ਏਜੰਡਾ ਕੀ ਹੈ? ਪ੍ਰਾਈਵੇਟਾਈਜ਼ ਕਰੋ। ਪ੍ਰਾਈਵੇਟਾਈਜ਼ ਕਰਨ ਦਾ ਮਤਲਬ ਹੈ, ਮੰਨ ਲਓ ਕਣਕ ਵਿਕੀ, ਇਹ ਸਾਰਾ ਕੁਝ ਬਿਹਾਰ 'ਚ ਲਾਗੂ ਹੋਇਆ ਵਾ, ਮੈਂ ਪਹਿਲਾਂ ਦੱਸ ਚੁੱਕਿਆ, ਉੱਥੇ ਫੇਲ ਵੀ ਹੋ ਗਿਆ। ਹੁਣ ਤੁਸੀਂ ਦੱਸੋ ਮੰਨ ਲਓ ਕਣਕ ਪ੍ਰਾਈਵੇਟ ਅਦਾਰੇ ਨੇ ਖਰੀਦ ਲਈ, ਪ੍ਰਾਈਵੇਟ ਅਡਾਨੀ ਨੇ, ਅੰਬਾਨੀ ਨੇ ਖਰੀਦ ਲਈ, ਤਾਂ ਇੱਕ ਹੋਰ ਵੱਡਾ ਵਰਗ ਹੈ ਜਿਸ ਤੇ ਸਿੱਧਾ ਫਰਕ ਪੈਣਾ। ਉਹ ਵਰਗ ਹੈ ਆਪਣੇ ਗਰੀਬ ਤਬਕਾ, ਆਪਣਾ ਗਰੀਬ ਭਰਾ ਜਿਹੜਾ ਬਿਲੋ ਪਾਵਰਟੀ ਲਾਈਨ ਜਿਹਨੂੰ ਕਹਿੰਦੇ, ਗਰੀਬੀ ਰੇਖਾ ਤੋਂ ਨੀਚੇ ਰਹਿੰਦੇ ਹੋਏ ਪਰਿਵਾਰ। ਉਹ ਪਰਿਵਾਰਾਂ ਦੇ ਕਾਰਡਾਂ ਤੇ ਉਹਨਾਂ ਨੂੰ 2 ਰੁਪਏ ਕਿਲੋ ਕਣਕ ਮਿਲਦੀ ਹੈ ਔਰ ਅੱਡ-ਅੱਡ ਰੇਟਾਂ ਤੇ ਦਾਲਾਂ ਵਗੈਰਾ ਮਿਲਦੀਆਂ। ਮੈਂ ਸਵਾਲ ਪੁੱਛਦਾ, ਕੀ ਅੰਬਾਨੀ ਅਡਾਨੀ 16 ਰੁਪਏ ਨਾ 20-25 ਰੁਪਏ ਕਣਕ ਖਰੀਦ ਕੇ 2 ਰੁਪਏ ਕਿੱਲੇ ਦੇ ਦੂ?
ਇਸ ਲਈ ਗਰੀਬਾਂ ਤੇ ਸਿੱਧਾ ਇਸ ਗੱਲ ਦਾ ਫਰਕ ਹੈ, ਜਦੋਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਰਾਸ਼ਨ ਵੰਡ ਪ੍ਰਣਾਲੀ ਖਤਮ ਹੋ ਗਈ ਤਾਂ ਫਿਰ ਉਹ ਗਰੀਬ ਕਿੱਥੇ ਜਾਊ। ਇਸ ਲਈ ਇਸ ਆਪਣੇ ਸਮਾਜ ਦੀ 70% ਆਬਾਦੀ ਤੇ ਇਹਨਾਂ ਕਾਨੂੰਨਾਂ ਦਾ ਸਿੱਧਾ ਫਰਕ ਪੈਂਦਾ ਹੈ। ਮੌਕੇ ਦੀ ਸਰਕਾਰ ਇਹ ਧਿਆਨ ਰੱਖੇ, ਸਾਡਾ ਸਮਾਜ ਖੜਾ ਹੋ ਗਿਆ ਹੈ, ਕਿਸਾਨ ਮਜ਼ਦੂਰ ਗਰੀਬ ਤਬਕਾ ਸਭ ਖੜੇ ਹੋ ਗਏ ਹੈ ਤੇ ਅਸੀਂ ਇਹਨਾਂ ਕਾਨੂੰਨਾਂ ਦੀ ਸਖਤ ਵਿਰੋਧਤਾ ਕਰ ਰਹੇ ਹਾਂ ਔਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਪੈਣਗੇ। ਅੱਜ ਜਿਹੜਾ ਆਪਣਾ ਅੰਦੋਲਨ ਹੈ ਕਿਸਾਨਾਂ ਦਾ ਮਜ਼ਦੂਰਾਂ ਦਾ, ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਹੈ। ਕੁਝ ਲੋਕ ਦਿੱਲੀ ਬੈਠੇ ਹੈ, ਉੱਥੇ ਮੀਡੀਆ ਕਵਰੇਜ ਜ਼ਿਆਦਾ ਹੈ, ਪਰ ਜਿਵੇਂ ਆਪਾਂ ਬੈਠੇ ਹਾਂ ਇੱਥੇ ਵੀ ਆਸੇ ਪਾਸੇ ਕੋਈ ਨਾ ਕੋਈ ਸਰਕਾਰ ਦੇ ਮਹਿਕਮੇ ਜਿਵੇਂ ਅਸੀਂ ਕਰਦੇ ਰਹੇ ਪਹਿਲਾਂ, ਉਹ ਰਿਪੋਰਟ ਖੁਫੀਆ ਰਿਪੋਰਟਾਂ ਜਾਂਦੀਆਂ, ਇਸ ਚੀਜ਼ ਦੀ ਖੁਫੀਆ ਰਿਪੋਰਟ ਉਹਨਾਂ ਕੋਲੇ ਜਾਣੀ ਹੈ ਵੀ ਜੀ ਅੱਜ ਇੰਨੇ ਵੱਜ ਕੇ ਇੰਨੇ ਵਜੇ ਉੱਥੇ ਆ ਹੋਇਆ, ਇੰਨਾ ਘੱਟ ਸੀ, ਹੌਸਲਾ ਕਿਵੇਂ ਸੀ, ਕੀ ਡਾਊਨ ਹੌਸਲਾ ਸੀ ਜਾਂ ਅਪ ਹੌਸਲਾ ਸੀ। CID ਵਾਲੇ ਸਭ ਫਿਰਦੇ ਹੈ, ਠੀਕ ਹੈ। ਤੇ ਫਿਰ ਵੀ ਮੈਂ ਉਹਨਾਂ ਨੂੰ ਦੱਸਦਾ ਜੋ ਮਰਜ਼ੀ ਕਰਨਾ ਕਰ ਲਓ, ਅਸੀਂ ਅੱਜ ਵੀ ਡਟੇ ਆ, ਕੱਲ ਵੀ ਡਟੇ ਆ, ਉਦੋਂ ਤੱਕ ਡਟੇ ਰਵਾਂਗੇ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ। ਲਖਵਿੰਦਰ ਸਿੰਘ ਜਾਖੜ ਜਿੰਦਾਬਾਦ, ਲਖਵਿੰਦਰ ਸਿੰਘ ਜਾਖੜ ਜਿੰਦਾਬਾਦ। ਦੋਸਤੋ, ਆਪਾਂ ਅੱਜ ਜਿਹੜਾ ਮੈਂ ਰਸਤੇ ਵਿੱਚ ਆਉਂਦਾ ਹੋਇਆ ਵੀ ਲੋਕਾਂ ਨੂੰ, ਭਰਾਵਾਂ ਨੂੰ, ਕਿਸਾਨ ਭਰਾਵਾਂ ਨੂੰ ਮਿਲਦਾ ਆਇਆ ਹਾਂ, ਇਸ ਦਾ ਮਤਲਬ ਇਹ ਹੈ ਵੀ ਹੌਸਲੇ ਦਿੰਦੇ ਆਏ ਅਸੀਂ, ਜੋ ਦੇ ਸਕਦੇ ਹੌਸਲਾ ਅਸੀਂ ਸਾਥ ਦੇ ਸਕਦੇ ਹਾਂ। ਅਸੀਂ ਖੁਦ ਕਿਸਾਨ ਦੇ ਬੱਚੇ ਹਾਂ, ਸਾਡਾ ਇਹ ਫਰਜ਼ ਬਣਦਾ ਹੈ ਅਸੀਂ ਡਟ ਕੇ ਕੰਮ ਕਰੀਏ। ਤੁਹਾਡਾ ਹੌਸਲਾ ਦੇਖ ਕੇ ਮੇਰਾ ਦਿਲ ਬਹੁਤ ਖੁਸ਼ ਹੈ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਅੱਛਾ ਜੀ, ਜਿਹੜਾ ਕੱਲ ਨੂੰ ਇੱਕ ਮੀਟਿੰਗ ਹੈ, ਬੜੀ ਜ਼ਰੂਰੀ ਮੀਟਿੰਗ ਹੈ ਤੇ ਮੈਨੂੰ ਉਮੀਦ ਹੈ ਉਸ ਮੀਟਿੰਗ 'ਚ ਆਪਣੀ ਜਿੱਤ ਹੋਊਗੀ। ਪਰ ਇਸ ਜਿੱਤ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਸਾਨੂੰ ਇਸ ਕਿਸਾਨ ਸੰਘਰਸ਼ ਤੋਂ ਮਿਲੀਆਂ, ਇੱਕ ਤਾਂ ਇਹ ਹੈ ਵੀ ਆਪਣਾ ਭਾਈਚਾਰਾ, ਜਿਸ ਨੂੰ ਐ ਨਾਮ ਦਿੱਤੇ ਗਏ ਸੀ, ਪੱਗ ਵਾਲਾ ਦੇਖ ਲਿਆ ਕਹਤਾ ਜੀ ਉਹ ਤੋਂ ਅੱਤਵਾਦੀ ਹੈ, ਕੋਈ ਹੋਰ ਦੇਖ ਲਿਆ ਲਾਲ ਝੰਡੇ ਵਾਲਾ ਦੇਖ ਲਿਆ ਉਹਨੂੰ ਕਹਿੰਦੇ ਜੀ ਨਕਸਲਾਈਟ ਹੈ, ਕਿਸੇ ਨੂੰ ਕੋਈ ਨਾਮ ਦਿੱਤੇ ਗਏ। ਪਰ ਅੱਜ ਸਾਰੇ ਲੋਕ ਕਹਿ ਰਹੇ ਹੈ ਇਹ ਭਾਈਚਾਰਾ ਹੈ, ਇਹ ਕਿਸਾਨਾਂ ਦਾ ਭਾਈਚਾਰਾ ਹੈ, ਇਹ ਮਜ਼ਦੂਰਾਂ ਦਾ ਭਾਈਚਾਰਾ ਹੈ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਅੱਗੇ ਜਦੋਂ ਵੀ ਆਪਣਾ ਇਹ ਮੋਰਚਾ ਫਤਿਹ ਹੋਣਾ ਹੀ ਹੋਣਾ ਹੈ, ਪ੍ਰਮਾਤਮਾ ਸੁੱਖ ਰੱਖੇ ਕੱਲ ਨੂੰ ਨਹੀਂ ਹੋ ਜੇ, ਤਾਂ ਇਹ ਭਾਈਚਾਰਾ ਬਰਕਰਾਰ ਰਹੂਗਾ, ਇਹ ਸਾਨੂੰ ਅਟੱਲ ਵਿਸ਼ਵਾਸ ਹੈ। ਅੱਗੇ ਗੱਲ ਇਹ ਹੈ ਕਿ ਜਦੋਂ ਵੀ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਹਾਈ ਹੁੰਨੇ ਆ, ਬੜਾ ਕੁਝ ਪਤਾ ਲੱਗਦਾ ਇੱਕ ਦੂਜੇ ਬਾਰੇ, ਤਾਂ ਮੈਂ ਰਿਣੀ ਇਸ ਗੱਲ ਦਾ ਜੋ ਪਿਆਰ ਆਪਾਂ ਪੰਜਾਬ ਅਤੇ ਹਰਿਆਣੇ ਦਾ ਬਰਕਰਾਰ ਰਿਹਾ ਔਰ ਹਰਿਆਣੇ ਵਾਲਿਆਂ ਨੇ ਜੋ ਇੱਥੋਂ ਮਦਦਾਂ ਕੀਤੀਆਂ ਉੱਥੇ ਪਹੁੰਚਣ ਦੀ, ਉਸ ਦੇ ਲਈ ਅਸੀਂ ਧੰਨਵਾਦੀ ਹਾਂ ਸਾਰੇ। ਔਰ ਸਾਰੇ ਸਾਡੀ ਕਿਉਂ ਮਦਦਾਂ ਹੋਈਆਂ, ਇਸ ਕਰਕੇ ਹੋਈਆਂ ਕਿਉਂਕਿ ਸਾਡੀ ਸਾਰੀ ਸਮੱਸਿਆ ਸਭ ਦੀ ਇੱਕ ਹੈ, ਠੀਕ ਹੈ। ਅੱਛਾ, ਹੁਣ ਦੋ ਸ਼ਬਦ ਮੈਂ हरियाणवी भाइयों ने, राम राम भाई, बहुत बहुत मेहरबानी थारी थे, बहुत हमारी मदद करी है। अपनी समस्या एक है भाइयों, और एक बात और याद रखो, जका आदमी अपनी वोट ले गया, अपने सिर में जुत्तियां भी मारी, अपनी वोटा भी ले ली, आज अपना साथ को नहीं देवे, इन्हें याद रखियो थे, ठीक है। मैं तन्ने वही बात कहूँ, एक जिकी थोड़ी वोट को मोल होवे वो वोट ने पछाणियो, चाहे किन्ने ही गाल दियो, वो अपने कोई बात को नहीं, पर सही जगह गालियो तां जो वो हालात दोबारा ना होवे। मैं हमारे टाबरा ने कह देना हुए अच्छो खेती निज़ाम, चंगा खेती प्रबंध असी ਇਹੋ ਜਿਹੇ ਬੱਚਿਆਂ ਨੂੰ ਦੇਣੇ, ਨੌਕਰੀਆਂ ਗਾਉਂ ਨੂੰ ਮਿਲਣੀਆਂ नहीं, असी आपकी हिक के जोर पे, असी अपनी मेहनत से, मैं हमारा संघर्ष में मेहनत में काम करांगा। मैं किसान, किसान का बेटा, किसान का बाप, और यही काम करना पड़ेगा अपने खेतों में। अपनी जमीन है तो सब कुछ है भाई, ठीक है। मैं एक ही बात कहूँ, याद रखियो, भूलियो ना, वो अपनो प्यार है, वो अपनो भाईचारो है, आगी ने वो अपनो समाज है, तो सेहतमंद समाज है जिहड़ा, ਉਹਦੇ ਲਈ ਆਪਾਂ ਬੁਲੰਦ ਆਵਾਜ਼ कर रहे हैं। अगे अपनी जित होनी है।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਰਾਵਾਂ ਨੂੰ ਮੈਂ ਸਾਰਿਆਂ ਨੂੰ ਇੱਕ ਇੱਕ ਭਰਾ ਨੂੰ ਮੈਂ ਧੰਨਵਾਦ ਕਰਦਾ ਤੇ ਗੁਰਮੀਤ ਸਿੰਘ ਸਰਪੰਚ ਨੇ ਔਰ ਦਰਬਾਰਾ ਸਿੰਘ ਗਿੱਲ ਜੀ ਨੇ ਤੇ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਧੰਨਵਾਦ ਕਰਦਾ। ਛੋਟੇ ਛੋਟੇ ਬੱਚਿਆਂ ਦਾ ਵੀ ਧੰਨਵਾਦ ਕਰਦਾ ਜੋ ਇੱਥੇ ਪਹੁੰਚੇ ਬੈਠੇ ਹੈ, ਕਿੰਨੇ ਖੁਸ਼ ਹੈ। ਇੱਕ ਇੱਕ ਜੇ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਭਰਾਵੋ ਮਾਫ ਕਰ ਦਿਓ। ਹੁਣ ਦਿੱਲੀ ਜਾਣਾ ਅਸੀਂ, ਉਮੀਦ ਹੈ ਕੱਲ ਨੂੰ ਆਪਣੀ ਜਿੱਤ ਹੋ ਜੂਗੀ ਤੇ ਵੱਡਾ ਕੰਮ ਇਹ ਹੋਇਆ ਵੀ ਆਪਣਾ ਭਾਈਚਾਰਾ ਸਾਹਮਣੇ ਆਇਆ। ਬੜਾ ਖੁਸ਼ ਹਾਂ ਮੈਂ ਇਸ ਗੱਲ ਤੋਂ। ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਪੰਜਾਬ ਹਰਿਆਣਾ ਕਿਸਾਨ ਏਕਤਾ ਜਿੰਦਾਬਾਦ।